ਕੀਤਾ? ਮੋਦੀ ਰਾਜਨੀਤੀ ਕਰਦਾ ਗਾਂ ਦੇ ਨਾਂ ਤੇ। ਮੋਦੀ ਹਿੰਦੂ ਦੇ ਨਾਂ ਤੇ ਰਾਜਨੀਤੀ ਕਰਦਾ, ਮੋਦੀ ਧਰਮ ਦੇ ਨਾਂ ਤੇ ਰਾਜਨੀਤੀ ਕਰਦਾ। ਮੋਦੀ ਰਾਵਣ ਨਹੀਂ ਹੋ ਸਕਦਾ। ਇਹ ਕਦੇ ਨਹੀਂ ਕਹਿਣਾ ਕਿ ਮੋਦੀ ਦਾ ਰਾਵਣ ਬਣਾ ਕੇ ਫੂਕਾਂਗੇ। ਮੋਦੀ ਦਾ ਤਾਂ ਸਿਰਫ ਇੱਕ ਪੁਤਲਾ ਬਣਾ ਕੇ ਫੂਕ ਸਕਦੇ ਆਪਾਂ। ਕਰੋਨਾ ਦੇ ਵਿੱਚ ਹਸਪਤਾਲ ਬੰਦ ਹੋ ਗਏ ਸੀ, ਗੁਰਦੁਆਰੇ, ਮੰਦਿਰ, ਮਸਜਿਦ ਸਭ ਕੁਝ ਬੰਦ ਹੋ ਗਿਆ ਸੀ, ਸਾਰੇ ਬਾਬੇ ਬੰਦ ਹੋ ਗਏ ਸੀ, ਆਪਣੇ ਦਵਾਰ ਬੰਦ ਕਰਦੇ ਸੀ। ਇੱਕ ਕਿਸਾਨੀ, ਇੱਕ ਖੇਤ ਸਾਡੇ, ਇਹ ਦਵਾਰ ਖੁੱਲੇ ਸੀ, ਕਿਸਾਨੀ ਉਵੇਂ ਹੀ ਚੱਲਦੀ ਰਹੀ। ਕੀ ਮੁੱਲ ਪਾਇਆ ਇਹਨਾਂ ਨੇ ਕਿਸਾਨੀ ਦਾ? बड़ौदी टोल प्लाजा के धरने विच पुजे प्रसिद्ध गायकों ने मोदी विरुद्ध जम के कढ़ी पड़ास। बिल वापसी न होने तक डटण का किया ऐलान। लोक हित मिशन वालों किसानों के संघर्ष की हमायत विच टोल प्लाजा बड़ौदी विखे प्रसिद्ध गायकों ने पुज के किसानों को संबोधन किया। इस संबंधी हुए विशाल इकट्ठ दौरान कंवर सिंह गरेवाल, जस बाजवा, हरफ चीमा, हरजोत ते महताब विरक दियां गायकों ने आदि गायकों ने संबोधन करदਿਆਂ ਕਿਹਾ कि कलाकार ਦਾ किता खेती बिना कख ਦਾ नहीं ਅਤੇ किसान संसार ਦੀ रीढ़ ਦੀ हड्डी है, इसलिए वो प्राप्ति तक संघर्ष ਵਿੱਚ डटे रहणगे। उन्होंने कहा कि अज केंद्र वालों पास किए गए बिल खिलाफ संघर्ष उन्हां किरती पंजाबियों का ही है जिन्हां दा इतिहास गुरुआं दे नाल जुड़िया होया है, इसलिए उन्हां दी जित जरूर होवेगी। इस मौके मिशन के मैंबरां ने कहा कि अज शाम 6 बजे मोदी का रावण रूप पुतला जला के दुशहरा मनाया जाएगा। 28 अक्तूबर को ढाडी दरबार से 1 नवंबर को ट्रैक्टर रैली कढ़ी जाएगी। उन्होंने इलाके के हर वर्ग को वध तो वध गिणती विच पुजण की अपील की। आओ दिखाते हाँ कुराली तो पत्रकार जगदीश सिंह की खास रिपोर्ट। ਜਿਵੇਂ ਸਾਹਿਬ ਅੱਜ ਆਏ ਹੋ ਟੋਲ ਪਲਾਜ਼ਾ ਦੇ ਉੱਤੇ, ਕੀ ਰੀਜ਼ਨ ਰਿਹਾ ਜੀ ਤੇ ਕੀ ਮੈਸੇਜ ਦਿੱਤੇ ਨੇ ਅੱਜ? ਰੀਜ਼ਨ ਤਾਂ ਪਤਾ ਹੀ ਹੈ ਜੀ, ਬੜੇ ਲੰਮੇ ਸਮੇਂ ਤੋਂ ਇਹ ਸੰਘਰਸ਼ ਆ ਜਿਹੜਾ ਚੱਲ ਰਿਹਾ। ਆਲਮੋਸਟ ਮਹੀਨਾ ਡੇਢ ਮਹੀਨਾ ਹੋ ਗਿਆ ਸਾਨੂੰ ਇਸ ਸੰਘਰਸ਼ ਦੇ ਵਿੱਚ ਲੱਗੇ ਹੋਇਆਂ ਨੂੰ, ਬਜ਼ੁਰਗਾਂ ਨੂੰ, ਸਾਰੀਆਂ ਕਿਸਾਨ ਜਥੇਬੰਦੀਆਂ ਨੂੰ। ਸੋ ਜਿੱਥੇ ਵੀ ਸਾਨੂੰ ਹੁਕਮ ਹੁੰਦਾ ਕਿਸਾਨ ਜਥੇਬੰਦੀਆਂ ਵੱਲੋਂ ਅਸੀਂ ਪਹੁੰਚਦੇ ਹਾਂ। ਅੱਜ ਬੜੌਦੀ, ਸੋ ਕੱਲ ਨੂੰ ਪਸੌੜ ਜਾਣਾ ਅਸੀਂ ਧੂਰੀ, ਤੇ ਬਸ ਇਹੀ ਆ ਵੀ ਸਾਰੇ ਨੌਜਵਾਨ ਵੀਰਾਂ ਨੂੰ ਅਸੀਂ ਜਾਗਰੂਕ ਕਰ ਸਕੀਏ। ਜਿਹੜੀ ਸਾਡੇ ਨਾਲ ਲੁੱਟ ਹੋ ਰਹੀ ਆ, ਸਾਡੇ ਖੇਤ ਖੋਹਣ ਦੀਆਂ ਸਾਜ਼ਿਸ਼ਾਂ ਨੇ ਸਰਕਾਰ ਵੱਲੋਂ, ਸੋ ਉਹਦੇ ਖਿਲਾਫ ਇੱਕ ਲਾਮਬੰਦ ਹੋ ਕੇ ਆਪਾਂ ਇਕੱਠੇ ਸਾਰੇ ਚੱਲ ਸਕੀਏ। ਜਿਵੇਂ ਸਾਹਿਬ ਜਿਸ ਤਰ੍ਹਾਂ ਹੁਣ ਤੱਕ ਜੋ ਪੰਜਾਬੀ ਸਿੰਗਰਾਂ ਤੁਹਾਡੀ ਫੀਲਡ ਦੇ ਨਾਲ ਦੇ ਕਈ ਸਾਥੀਆਂ ਦੁਆਰਾ ਜੱਟਵਾਦ ਨੂੰ ਇੱਕ ਹੋਰ ਨਜ਼ਰੀਆ ਨਾਲ ਦਿਖਾਇਆ ਜਾਂਦਾ ਸੀ, ਲੇਕਿਨ ਅੱਜ ਗਰਾਊਂਡ ਲੈਵਲ ਤੇ ਸੱਚਾਈ ਹੋਰ ਤੁਸੀਂ ਵੀ ਦੇਖ ਰਹੇ ਹੋ ਵਿੱਚ ਆ ਕੇ। ਕੀ ਕਹਿੰਦੇ ਹੋ ਕਿ ਜੋ ਇਹ ਹਜੇ ਤੱਕ ਇਸ ਤਰ੍ਹਾਂ ਹੋਇਆ, ਕਿੰਨਾ ਕੁ ਵੱਡਾ ਹੱਕ ਆ ਆਪਣੀ ਗਾਇਕਾਂ ਦਾ ਵਿੱਚ ਜੀ? ਨਹੀਂ ਦੇਖੋ, ਪਤਾ ਕੀ ਹੁੰਦਾ, ਜਿਹੜੇ ਗੀਤ ਨੇ ਹੁਣ ਅੱਜ ਜਦੋਂ ਤੁਸੀਂ ਆਪ ਹੀ ਹਿਸਾਬ ਲਾ ਲਓ, ਅੱਜ ਜਦੋਂ ਸਮਾਜਿਕ ਹਾਲਾਤ ਬਦਲੇ ਨੇ, ਸਮਾਜ ਜਿੱਧਰ ਨੂੰ ਤੁਰਿਆ ਉਧਰ ਨੂੰ ਗੀਤ ਵੀ ਤੁਰ ਪਏ। ਸਾਡਾ ਮੇਰਾ ਗੀਤ ਆਇਆ, ਮੇਰੇ ਨਾਲ ਦੇ ਹੋਰ ਸਾਰੇ ਨੌਜਵਾਨਾਂ ਦੇ ਗੀਤ ਆਏ ਨੇ। ਸੋ ਸਾਡਾ ਸਾਹਿਤ, ਸਾਡੇ ਗੀਤ ਵੀ ਬਦਲ ਗਏ ਜਦੋਂ ਇੱਕ ਲਹਿਰ ਉੱਠੀ ਆ। ਤੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਸਮਾਜ ਵਰਗੇ ਗੀਤ ਹੁੰਦੇ ਨੇ। ਇਦੋਂ ਪਹਿਲਾਂ ਅੱਜ ਜੇ ਨੌਜਵਾਨ ਜਾਗਰੂਕ ਆ, ਸਾਰੇ ਨੌਜਵਾਨ ਜਾਗਰੂਕ ਨੇ, ਤਾਂ ਸਾਡੇ ਵਰਗੇ ਗਾਉਣ ਵਾਲਿਆਂ ਨੂੰ ਵੀ ਇਹ ਲੱਗਦਾ ਵੀ ਸਾਨੂੰ ਗੀਤ ਇਦਾਂ ਦੀ ਗਾਉਣੇ ਪੈਣਗੇ। ਸੋ ਜਿੱਦਾਂ ਦਾ ਸਮਾਜ ਆ ਜੀ ਉਦਾਂ ਦੇ ਗੀਤ ਨੇ। ਹਾਂਜੀ, ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਤੁਹਾਡੀ ਗਾਇਕੀ ਰਹੇਗੀ, ਉਹ ਪਹਿਲਾਂ ਹਥਿਆਰਾਂ ਨੂੰ ਪ੍ਰਮੋਟ ਕੀਤਾ ਹੈ, ਫਿਰ ਨਸ਼ੇ ਨੂੰ ਪ੍ਰਮੋਟ ਕੀਤਾ ਹੈ, ਤੇ ਉਹਨਾਂ ਤੋਂ ਛੱਡ ਕੇ ਹੁਣ ਹਰ ਇੱਕ ਘਰ ਦੀ ਜੋ ਗਾਇਕੀ ਹੈ, ਜਿਸ ਤਰ੍ਹਾਂ ਕਿਸਾਨੀ ਦੀ ਗੱਲ ਕਰ ਲਈ, ਉਹਦੇ ਉੱਤੇ ਆਧਾਰਿਤ ਰਹੇਗੀ। ਚਲੋ ਮੈਂ ਤਾਂ ਕੀਤਾ ਨਹੀਂ ਜੀ, ਤੇ ਮੇਰੇ ਗੀਤ ਤਾਂ ਤੁਸੀਂ ਸੁਣੇ ਹੋਣਗੇ, ਕਿਤੇ ਨਾ ਕਿਤੇ ਕਿਸਾਨੀ ਦੇ ਜਾਂ ਪੰਜਾਬੀ ਦੇ ਬਹੁਤ ਨੇੜੇ ਸੀਗੇ। ਤੇ ਕੋਸ਼ਿਸ਼ ਹਮੇਸ਼ਾ ਰਹਿੰਦੀ ਆ ਵੀ ਇਦਾਂ ਦੇ ਗੀਤ ਕਰੀਏ ਜਿਹੜੇ ਚੰਗੇ ਪਾਸੇ ਲੈ ਕੇ ਜਾ ਸਕਣ ਯੂਥ ਨੂੰ, ਹਨਾ। ਤੇ ਅੱਗੇ ਵੀ ਇਹੀ ਕੋਸ਼ਿਸ਼ ਕਰਾਂਗੇ ਬਾਈ ਜੀ। ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿਹੜੇ ਸਰ ਇਹਨਾਂ ਬਿੱਲਾਂ ਦੇ ਖਿਲਾਫ ਪੰਜਾਬ ਦੇ ਹੱਕ ਦੇ ਵਿੱਚ 3 ਬਿੱਲ ਪਾਸ ਕੀਤੇ ਗਏ, ਰਾਜਪਾਲ ਸਾਹਿਬ ਨੂੰ ਉਹਨਾਂ ਨੂੰ ਦਿੱਤੇ ਗਏ ਨੇ, ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ? ਕਿੱਥੇ ਤੱਕ ਸਹੀ ਲੱਗਦੇ ਨੇ? ਦੇਖੋ, ਮੈਨੂੰ ਲੱਗਦਾ ਵੀ ਲਾਮਬੰਦੀ ਹੋਈ ਆ ਸਾਰੀ ਸਟੇਟ ਦੀ, ਸਾਰੇ ਸੂਬੇ ਦੀ ਲਾਮਬੰਦੀ ਹੋਈ ਆ। ਕਿਤੇ ਨਾ ਕਿਤੇ ਚੰਗੀ ਗੱਲ ਵੀ ਆ, ਕਿਉਂਕਿ ਸਾਰੇ ਕਲਾਕਾਰ, ਸਾਰੇ ਸਮਾਜ ਸੇਵੀ, ਸਾਰੀਆਂ ਪੋਲੀਟੀਕਲ ਪਾਰਟੀਆਂ ਅੱਜ ਕਿਤੇ ਨਾ ਕਿਤੇ ਇਹਨਾਂ ਬਿੱਲਾਂ ਦਾ ਵਿਰੋਧ ਕਰ ਰਹੀਆਂ ਨੇ, ਲੜ ਰਹੀਆਂ ਨੇ। ਤੇ ਬਾਕੀ ਗਵਰਨਰ ਸਾਹਿਬ ਦੇ ਸਾਈਨ ਹੋਣੇ ਨੇ, ਉਦੋਂ ਬਾਅਦ ਰਾਸ਼ਟਰਪਤੀ ਦੇ ਸਾਈਨ ਹੋਣੇ ਨੇ, ਫਿਰ ਸ਼ਾਇਦ ਪਤਾ ਲੱਗੂਗਾ ਕਿੰਨਾ ਕੁ ਅਸਰਦਾਰ ਆ ਇਹ। ਪਰ ਫਿਲਹਾਲ ਚ ਕੋਸ਼ਿਸ਼ਾਂ ਚੰਗੀਆਂ ਨੇ ਸਾਰਿਆਂ ਦੀਆਂ ਜੀ। ਸਰ ਇੱਕ ਗੱਲ ਹੋਰ ਹੈ, ਜਦੋਂ ਆਪਾਂ ਸਰਕਾਰਾਂ ਚੁਣਦੇ ਨੇ, ਕਿਤੇ ਨਾ ਕਿਤੇ ਸਾਡੇ ਬਜ਼ੁਰਗਾਂ ਦਾ ਲਾ ਲਓ, ਕਿਤੇ ਸਾਡੀ ਜੋ ਅੰਨੀ ਵੋਟ ਆ ਉਹ ਇਹਨਾਂ ਨੂੰ ਇਹ ਸਰਕਾਰਾਂ ਚੁਣ ਲੈਂਦੀਆਂ। ਅੱਜ ਸਾਨੂੰ ਇਹਨਾਂ ਕਰਕੇ ਹੀ ਸੰਘਰਸ਼ ਕਰਨਾ ਪੈ ਰਿਹਾ। ਕਿ ਨੌਜਵਾਨਾਂ ਨੂੰ ਕੀ ਮੈਸੇਜ ਅਗਲੀ ਹੈ ਜੀ? ਨੌਜਵਾਨਾਂ ਨੂੰ ਬੇਨਤੀ ਇਹੀ ਹੈ ਜੀ ਵੀ ਆਪਣੇ ਦਿਮਾਗ ਦੇ ਜਿਹੜੇ ਦਰਵਾਜ਼ੇ ਖਿੜਕੀਆਂ ਨੇ ਖੁੱਲੇ ਰੱਖਿਆ ਕਰੋ।
ਤੁਹਾਨੂੰ ਪਤਾ ਹੋਣਾ ਲਾਜ਼ਮੀ ਆ ਵੀ ਕੌਣ ਤੁਹਾਨੂੰ ਲੁੱਟਣ ਆਇਆ ਤੇ ਕੌਣ ਤੁਹਾਡੇ ਹੱਕ 'ਚ ਖੜੂਗਾ। ਸੋ ਮੇਰੇ ਭਰਾ, ਵੋਟ ਤੁਹਾਡੇ ਕੋਲ ਇੱਕ ਇਦਾਂ ਦੀ ਤਾਕਤ ਆ ਜਿਹਦੇ ਨਾਲ ਤੁਸੀਂ ਸਭ ਕੁਝ ਬਦਲ ਸਕਦੇ ਹੋ, ਤੇ ਆਪਣੀ ਵੋਟ ਦਾ ਇਸਤੇਮਾਲ ਘੱਟ ਤੋਂ ਘੱਟ ਚੰਗੇ ਢੰਗ ਨਾਲ ਕਰਿਆ ਕਰੋ। ਗਰੇਵਾਲ ਸਾਹਿਬ, ਕਿਸਾਨੀ ਸੰਘਰਸ਼ ਹੈ ਜੋ ਇੱਕ ਅੱਗੇ ਤੋਂ ਅੱਗੇ ਪੜਾਅ ਵੱਧ ਰਿਹਾ ਹੈ, ਲੇਕਿਨ ਅੱਜ ਜੋ ਸਮਾਂ ਹੈ ਕਿ ਸਰਕਾਰਾਂ ਕੁਝ ਵੀ ਨਹੀਂ ਸੁਣ ਰਹੀਆਂ, ਕੀ ਕਹੋਗੇ ਉਸ ਦੇ ਬਾਰੇ ਜੀ? ਦੇਖੋ ਦੋਸਤਾ, ਸਪੀਚ ਵੀ ਆਪਾਂ ਇਹੀ ਗੱਲ ਬੋਲੀ ਹੈ ਕਿ ਇਸ ਸੰਘਰਸ਼ ਦੀ ਵਿਧੀ ਇਦਾਂ ਦੀ ਹੁੰਦੀ ਹੈ, ਇੰਨੀ ਛੇਤੀ ਜੇ ਉਹਨਾਂ ਨੇ ਮੰਨਣੇ ਹੁੰਦੇ ਤਾਂ ਪਾਸ ਹੀ ਕਿਉਂ ਕਰਦੇ। ਇਸ ਕਰਕੇ ਤਾਂ ਜ਼ਿੰਮੇਵਾਰੀ ਸਾਡੀ ਹੈ, ਇਸ ਸਵਾਲ 'ਚੋਂ ਹੀ ਸਾਨੂੰ ਜਵਾਬ ਹਰ ਇੱਕ ਮੇਰੇ ਖਿਆਲ 'ਚ ਸ਼ਖਸ ਦੇ ਜ਼ਿਹਨ ਦੇ ਵਿੱਚ ਹੋਣਾ ਚਾਹੀਦਾ ਕਿ ਸਾਨੂੰ ਲੜਨਾ ਪੈਣਾ, ਲੰਬੀ ਲੜਾਈ ਲੜਨੀ ਪੈਣੀ ਹੈ ਔਰ ਬਹੁਤ ਸੂਝਵਾਨਤਾ ਦੇ ਨਾਲ ਲੜਨੀ ਪੈਣੀ ਹੈ ਜੀ। ਬਿਹਾਰ ਚੋਣਾਂ ਦੌਰਾਨ ਹੀ ਮੋਦੀ ਅਤੇ ਹੋਰ ਜਿਹੜੇ ਆਗੂਆਂ ਨੇ ਇਹ ਸਪਸ਼ਟ ਕਰ ਦਿੱਤਾ ਕਿ ਇਹਨਾਂ ਬਿੱਲਾਂ ਦੇ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ, ਕੀ ਕਹਿਣਾ ਚਾਹੁੰਦੇ? ਜੈਸੇ ਬੋਲ ਉਹ ਉਹਨਾਂ ਦੀ ਆਪਣੀ ਸੋਚ ਆ ਜੀ। ਉਹਨਾਂ ਨੇ ਤਾਂ ਇਹ ਜਿਵੇਂ ਪ੍ਰੋਪੋਗੰਡਾ ਹੁੰਦਾ ਸਿਆਸਤ 'ਚ, ਉਹਨਾਂ ਨੇ ਤਾਂ ਇਹ ਬਿੱਲ ਲਾਗੂ ਹੀ ਪੰਜਾਬ ਨੂੰ ਬਰਬਾਦ ਕਰਨ ਦਾ, ਇੱਕ ਮੈਂ ਕਹਿ ਸਕਦਾ ਸਿੱਧੇ ਸ਼ਬਦਾਂ 'ਚ ਵੀ ਉਹਨਾਂ ਨੇ ਲਾਗੂ ਹੀ ਇਸ ਕਰਕੇ ਕੀਤੇ ਸੀ, ਪੰਜਾਬ ਦੀ ਜ਼ਰਖੇਜ਼ ਧਰਤੀ ਨੂੰ, ਸਾਡੀ ਉਪਜਾਊ ਧਰਤੀ ਨੂੰ ਬਰਬਾਦ ਕਰਕੇ ਪੰਜਾਬੀਆਂ ਦੀ ਹੋਂਦ ਨੂੰ ਖਤਮ ਕਰ ਦਈਏ। ਸੋ ਜਦੋਂ ਤੱਕ ਇਹ ਬਿੱਲ ਵਾਪਸ ਨਹੀਂ ਹੋਣਗੇ, ਸੰਘਰਸ਼ ਦਿਨੋਂ ਦਿਨ ਲਹਿਰਾਂ ਵਧਣਗੀਆਂ। ਅਸੀਂ ਅੱਗੇ ਜਿਵੇਂ ਬਾਈ ਨੇ ਕਿਹਾ ਵੀ 1 ਮਹੀਨਾ ਲੱਗ ਗਿਆ ਸਾਨੂੰ ਘਰ ਘਰ ਚੁੱਲ੍ਹਿਆਂ ਤੱਕ ਇਹ ਗੱਲ ਪਹੁੰਚਾਉਣ ਤੱਕ ਵੀ ਇਹ ਬਿੱਲ ਆਏ ਨੇ। ਹੁਣ 1 ਮਹੀਨਾ ਅਗਲਾ ਜਿਹੜਾ ਮਹੀਨਾ ਇਹ ਤਿਉਹਾਰ ਥੋੜ੍ਹੇ ਜਿਹੇ ਲੰਘ ਜਾਣ, 5 ਤਰੀਕ ਤੱਕ ਅਸੀਂ ਥੋੜ੍ਹੀ ਜਿਹੀ ਢਿੱਲ ਦਿੱਤੀ ਹੈ, ਰੇਲਵੇ ਲਾਈਨਾਂ ਖਾਲੀ ਕੀਤੀਆਂ ਨੇ ਜਥੇਬੰਦੀਆਂ ਨੇ, ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਵੀ ਵਰਗ ਦਾ ਸਾਡੇ ਕਰਕੇ ਨੁਕਸਾਨ ਹੋਵੇ। ਜਦੋਂ ਅਸੀਂ ਏਕੇ ਦੀ ਗੱਲ ਕਰਦੇ ਹਾਂ ਤਾਂ ਅਸੀਂ ਭਾਈਚਾਰੇ ਦੀ ਗੱਲ ਪਹਿਲ ਦੇ ਤੌਰ ਤੇ ਰੱਖ ਕੇ ਚੱਲਦੇ ਹਾਂ। 4-5 ਤਰੀਕ ਤੋਂ ਬਾਅਦ ਜਥੇਬੰਦੀਆਂ ਦੀ ਮੀਟਿੰਗ ਹੋਊਗੀ, ਅਸੀਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਤੇ ਜੇ ਕੇਂਦਰ ਦੀ ਸਰਕਾਰ ਨੇ ਇਹਨਾਂ ਬਿੱਲਾਂ ਨੂੰ ਵਾਪਸ ਨਾ ਲਿਆ ਤਾਂ ਤਿੱਖੀ ਰਣਨੀਤੀ ਦੇ ਅਧੀਨ ਅਸੀਂ ਐਕਸ਼ਨ ਹੈ ਜਿਹੜਾ ਉਹ ਅਗਲਾ ਇਦੋਂ ਵੀ ਕਰੜੇ ਰੂਪ ਚ ਲਵਾਂਗੇ। ਲਗਾਤਾਰ ਪੰਜਾਬ ਦੇ ਵਿੱਚ ਨੇ ਜੋ ਰੇਪ ਦੇ ਕੇਸ ਵੀ ਸਾਹਮਣੇ ਆ ਰਹੇ ਨੇ, ਜਿਸ ਤਰ੍ਹਾਂ ਜੀ, ਟਾਂਡੇ ਦੇ ਵਿੱਚ ਇੱਕ ਹੋਇਆ, ਉਸ ਤੋਂ ਪਹਿਲਾਂ ਇੱਕ ਹੁਸ਼ਿਆਰਪੁਰ ਦੇ ਵਿੱਚ ਕੇਸ ਹੋਇਆ, ਕੋਈ ਐਕਟੀਵਿਟੀਆਂ ਨਹੀਂ ਉਹਨਾਂ ਦੇ ਉੱਤੇ ਦੇਖਣ ਨੂੰ ਮਿਲ ਰਹੀਆਂ, ਕਿੱਥੇ ਸਾਰੇ ਇਹ ਘਟਨਾਕ੍ਰਮ ਨੂੰ ਦੇਖਦੇ ਹੋ? ਇਹ ਦੇਖੋ, ਪਹਿਲਾਂ ਤਾਂ ਇਹ ਸਮਾਜ ਲਈ ਬਹੁਤ ਇੱਕ ਮਾੜੀ, ਇੱਕ ਰੇਪ ਦਾ ਸ਼ਬਦ ਹੀ ਮਤਲਬ ਇਹ ਜਿੱਥੇ ਸਾਨੂੰ ਸ਼ਰਮ ਆਉਣ ਲੱਗ ਜਾਂਦੀ ਹੈ, ਜਿੱਥੇ ਅਸੀਂ ਕਹਿ ਦਿੰਦੇ ਹਾਂ ਵੀ ਸੋਨੇ ਦੀ ਚਿੜੀ ਜਾਂ ਗੁਰੂਆਂ ਪੀਰਾਂ ਦੀ ਧਰਤੀ, ਇੱਥੇ ਇਹੀ ਜਿਹੀਆਂ ਚੀਜ਼ਾਂ ਵਾਪਰਦੀਆਂ ਨੇ ਤਾਂ ਇਹ ਇੱਕ ਝੰਜੋੜਨ ਵਾਲੀ ਗੱਲ ਹੁੰਦੀ ਹੈ ਸਮਾਜ ਨੂੰ। ਪਰ ਜਿਹੜੇ ਵੀ ਲੋਕ ਇਹ ਕੰਮ ਕਰਦੇ ਆ, ਚਲੋ ਮੈਂ ਥੋੜ੍ਹਾ ਜਿਹਾ ਰੱਬ 'ਚ ਬਲੀਵ ਜ਼ਿਆਦਾ ਮੰਨਦਾ, ਕਿਤੇ ਕਰਮ ਕਾਂਡ ਹੁੰਦਾ ਉਹਨਾਂ ਨੂੰ ਉੱਤੇ ਜਾ ਕੇ ਉਹਦਾ ਲੇਖਾ ਜੋਖਾ ਜ਼ਰੂਰ ਦੇਣਾ ਪੈਂਦਾ, ਪਰ ਜਿਨ੍ਹਾਂ ਪਰਿਵਾਰਾਂ ਨਾਲ ਇਹ ਭਾਣੇ ਵਰਤ ਜਾਂਦੇ ਆ ਉਹ ਸਾਰੀ ਜ਼ਿੰਦਗੀ ਆਪਣੀ ਹੋਂਦ ਲਈ ਜਾਂ ਆਪਣੇ ਪਰਿਵਾਰ ਲਈ ਬਹੁਤ ਡਰੇ ਮਹਿਸੂਸ ਕਰਦੇ ਨੇ। ਕਿਤੇ ਨਾ ਕਿਤੇ ਜਾ ਕੇ ਇਹਦਾ ਵੀ ਜਿਹੜਾ ਭਾਂਡਾ ਫੁੱਟਦਾ ਉਹ ਸਰਕਾਰਾਂ ਦੇ ਸਿਰ ਹੀ ਫੁੱਟਦਾ ਵੀ ਜੇ ਕਿਤੇ ਉੱਥੇ ਪੁਲਿਸ ਲਾਈਨ ਜਾਂ ਕੋਈ ਵੀ ਆਲੇ ਦੁਆਲੇ ਦੇ ਆਗੂ ਜਾਂ ਐਜੂਕੇਸ਼ਨ ਐਡੀ ਸੁਚੇਤ ਹੋਵੇ ਤਾਂ ਇਹ ਜਿਹੜੇ ਇਹ ਗੰਦੇ ਕਾਂਡ ਨੇ ਇਹ ਪੰਜਾਬ ਦੀ ਧਰਤੀ ਤੇ ਵਾਪਰਨ ਨੂੰ ਹਟ ਜਾਣਗੇ। ਸਮਾਜ ਸੇਵੀ ਹਰ ਇੱਕ ਪੱਖ ਤੇ ਦੇਖਿਆ ਜਾਵੇ ਆਪਣੀ ਪਬਲਿਸਿਟੀ ਕਰਦੇ ਨੇ, ਸਮਾਜ ਸੇਵਾ ਵੀ ਕਰਦੇ ਨੇ, ਗੋਲਡੀ ਵਰਗੇ ਹੋਰ ਨਵਤੇਜ ਗੱਗੂ ਵਰਗੇ, ਪਰ ਇਸ ਵਕਤ ਕਿਸਾਨੀ ਹੱਕਾਂ ਲਈ ਨਹੀਂ ਹੋ ਕੇ ਆ ਰਹੇ। ਉਹ ਉਹਨਾਂ ਤੋਂ ਤੁਸੀਂ ਪੁੱਛੋ, ਅਸੀਂ ਖੜੇ ਆ, ਕਿਸੇ ਨੂੰ ਅਸੀਂ ਇੱਥੇ ਭੰਡਣ ਨਹੀਂ ਆਏ, ਨਾ ਅਸੀਂ ਕਿਸੇ ਨੂੰ ਮਾੜਾ ਕਹਿਣ ਆਏ ਆ। ਜਿਹੜਾ ਵੀ ਕਦਮ ਅੱਜ ਘਰੋਂ ਨਿਕਲਦਾ ਹੈ ਸੰਘਰਸ਼ ਲਈ, ਚਾਹੇ ਉਹ ਘਰੇ ਬੈਠਾ ਫੇਸਬੁੱਕ ਤੇ ਪੋਸਟਾਂ ਪਾਉਂਦਾ, ਅਸੀਂ ਉਹਨੂੰ ਆਪਦਾ ਭਾਗੀਦਾਰ ਸਮਝਦੇ ਹਾਂ, ਅਸੀਂ ਉਹਨੂੰ ਆਪਦਾ ਭਰਾ ਸਮਝਦੇ ਹਾਂ। ਜਿਹੜਾ ਨਹੀਂ ਆਇਆ ਅਸੀਂ ਉਹਨੂੰ ਇਹ ਬੇਨਤੀ ਕਰਦੇ ਹਾਂ ਕਿ ਵੀਰੋ, ਇਹ ਪੰਜਾਬ ਦੀ ਆਖਰੀ ਲੜਾਈ ਆ, ਜੇ ਹਲੇ ਹਮਲਾ ਨਾ ਮਾਰਿਆ ਤਾਂ ਕਦੇ ਪਿੱਛੇ ਇਤਿਹਾਸ ਦੁਹਰਾਇਆ ਜਾਊਗਾ ਕਿ ਅਸੀਂ ਦੱਸਣ ਜੋਗੇ ਸ਼ਰਮ ਨਾਲ ਸਾਡਾ ਸਿਰ ਝੁਕਿਆ ਕਰੂਗਾ ਕਿ ਜਦੋਂ ਅਸੀਂ ਆਖਰੀ ਲੜਾਈ ਲੜ ਰਹੇ ਸੀ ਤਾਂ ਅਸੀਂ ਆਪਦੇ ਮੋਬਾਈਲਾਂ 'ਚ ਬਿਜੀ ਸੀ ਜਾਂ ਅਸੀਂ ਇੱਕ ਦੂਜੇ ਤੇ ਤੰਜ ਕਸਣ 'ਚ ਬਿਜੀ ਸੀ ਵੀ ਉਹ ਆ ਗਿਆ, ਇਹ ਨਹੀਂ ਆਇਆ। ਮੈਨੂੰ ਲੱਗਦਾ ਮੀਡੀਆ ਨੂੰ ਵੀ ਇਹਦੇ 'ਚ ਹਾਂ ਪੱਖੀ ਰਵੱਈਆ ਅਪਣਾਉਣਾ ਚਾਹੀਦਾ। ਜਿਹੜਾ ਆ ਰਿਹਾ ਉਹਦਾ ਵੈਲਕਮ ਕਰੀਏ, ਜਿਹੜਾ ਨਹੀਂ ਆ ਰਿਹਾ ਉਹਦੇ ਤੇ ਕਿੰਤੂ ਨਾ ਕਰੀਏ। ਜਿਹੜਾ ਬਿੱਲ ਪਾਸ ਕੈਪਟਨ ਸਾਹਿਬ ਨੇ ਕੀਤੇ ਨੇ, ਕਿਆ ਲੱਗਦਾ ਹੈ ਕਿ ਹੱਲ ਹੋ ਜਾਏਗਾ ਕਿਸਾਨਾਂ ਦਾ? ਹਾਂ ਬਿਲਕੁਲ, ਅਸੀਂ ਹੱਲ ਕਰਾਉਣ ਲਈ ਅੱਜ ਇਕੱਠੇ ਹੋਏ ਆ ਨਾ ਜੀ। ਜਦੋਂ ਸਾਹਿਬ ਦੇ ਬਿੱਲ ਜਿਹੜੇ ਬਿੱਲ ਪਾਸ ਕੀਤੇ ਵਿਧਾਨ ਦੇਖੋ, ਸਰਕਾਰਾਂ ਦੀ ਰਣਨੀਤੀ ਜਿਹੜੀ ਹੁੰਦੀ ਹੈ ਜੀ, ਜੋ ਮੈਨੂੰ ਲੱਗਦਾ ਪਰਸਨਲੀ ਤੌਰ ਤੇ ਜਿੰਨਾ ਕਿ ਮੈਂ ਸਟੱਡੀ ਕੀਤੀ ਆ, ਕਿ ਜੋ ਉਹਨਾਂ ਦੇ ਹੱਥ ਵੱਸ ਸੀਗਾ ਉਹਨਾਂ ਨੇ ਉਹ ਕਰਤਾ। ਪੰਜਾਬ ਦੀ ਅਸੈਂਬਲੀ 'ਚ ਜਿਸ ਦਿਨ ਉਹ ਤਸਵੀਰ ਵਾਇਰਲ ਹੋਈ ਸੀ ਜਿਹ 'ਚ ਸਾਰੇ ਸਾਡੇ ਸੂਬੇ ਦੀਆਂ ਜਿੰਨੀਆਂ ਵੀ ਪਾਰਟੀਆਂ ਨੇ ਉਹ ਇਕੱਠੇ ਖੜੇ ਸੀ, ਸਾਨੂੰ ਉਹ ਫੋਟੋ ਦੇਖ ਕੇ ਬੜੀ ਖੁਸ਼ੀ ਹੋਈ ਵੀ ਹਾਂ ਸਾਰੇ ਆਗੂ ਨੇ ਜਿਹੜੇ ਉਹ ਇਕੱਠੇ ਖੜੇ ਨੇ, ਪੰਜਾਬ ਲਈ ਇਕਜੁੱਟ ਹੋ ਕੇ ਖੜੇ ਨੇ। ਪਰ ਚੰਦ ਘੰਟਿਆਂ ਬਾਅਦ ਹੀ ਉਹਨਾਂ ਨੇ ਐਸਾ ਇੱਕ ਡਰਾਮਾ ਕ੍ਰੀਏਟ ਕੀਤਾ ਅਸੈਂਬਲੀ ਦੇ ਵਿੱਚ। ਉਹਨਾਂ ਨੇ ਕਿਹਾ ਵੀ ਅਸੀਂ ਸਾਡੀ ਸਾਰਿਆਂ ਦੀ ਸਹਿਮਤੀ ਹੈ ਤੇ 12 ਘੰਟੇ ਬਾਅਦ ਹੀ ਆ ਕੇ ਬਾਹਰ ਮੀਡੀਆ ਨੂੰ ਬੁਲਾ ਕੇ ਕਾਨਫਰੰਸਾਂ ਕਰਤੀਆਂ ਕਿ ਇਹ ਬਿੱਲ ਸਿਰਫ ਇੱਕ ਪ੍ਰੋਪੋਗੰਡਾ ਕੀਤਾ ਗਿਆ, ਡਰਾਮਾ ਕੀਤਾ ਗਿਆ। ਇਹਦੇ ਕਰਕੇ ਸਾਡਾ ਸਰਕਾਰਾਂ ਤੇ ਯਕੀਨ ਨਹੀਂ ਬਣਦਾ। ਇੱਥੇ ਵੀ ਲਿਖਿਆ ਵੀ ਜਿਹੜਾ ਪਿੰਡਾਂ ਵਿੱਚ ਉਹ ਵੜੂ ਜਿਹੜਾ ਸਾਡੇ ਨਾਲ ਖੜੂ। ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਆਪਾਂ ਉਹਨਾਂ ਨੂੰ ਵੀ ਕਿਉਂ ਵਾੜਨਾ, ਹੈਗੇ ਤਾਂ ਉਹ ਵੀ ਰਵਾਇਤੀ ਨੇ ਨਾ। ਤੁਸੀਂ ਅੱਜ ਪੰਜਾਬ ਦੇ ਲੋਕਾਂ ਨੂੰ ਜਾਂ ਹਿੰਦੁਸਤਾਨ ਦੇ ਲੋਕਾਂ ਨੂੰ ਸਭ ਤੋਂ ਵੱਧ ਡਰ ਕਿਸ ਗੱਲੋਂ ਲੱਗਦਾ? ਜੇ ਮੈਂ ਕਹਿ ਦੇਵਾਂ, ਪਹਿਲਾਂ ਮੈਨੂੰ 10 ਵਾਰੀ ਨਾ ਜੀ ਐਕਸਪਲੇਨ ਕਰਨਾ ਪਊਗਾ, ਇਹ ਗੱਲ ਕਹਿਣੀ ਪਊਗੀ ਵੀ ਬਾਈ ਜੀ ਮੈਂ ਕੋਈ ਸਿਆਸਤ ਨਹੀਂ ਕਰਨੀ, ਮੈਂ ਕੋਈ ਲੀਡਰ ਨਹੀਂ ਬਣਨਾ। ਇਹ ਸਭ ਤੋਂ ਵੱਡਾ ਦਿਖਾਂਤ ਹੈ
ਜਿੱਥੇ ਇਹ ਗੱਲ ਕਹਿਣੀ ਪੈਂਦੀ ਹੈ। ਜਦੋਂ ਤੁਸੀਂ ਹਰ ਇੱਕ ਵਰਗ 'ਚ ਤੁਸੀਂ ਕੈਨੇਡਾ ਜਾ ਕੇ MP ਬਣ ਸਕਦੇ ਹੋ, MLA ਬਣ ਸਕਦੇ ਹੋ, ਫਿਰ ਤੁਸੀਂ ਆਪਦੇ ਮੁੰਡਿਆਂ ਨੂੰ ਇੱਥੇ ਕਿਉਂ ਨਹੀਂ ਸਿਆਸਤ 'ਚ ਲਿਆ ਸਕਦੇ? ਇਹਨਾਂ ਦੇ ਦਾਦੇ ਪੜਦਾਦੇ ਪੋਤੇ ਨੂੰਹਾਂ ਭੈਣਾਂ ਜਵਾਈ ਇਹਨਾਂ ਦੇ ਹੀ ਥੋੜ੍ਹੀ ਆਉਣਗੇ। ਸਾਡੇ ਆਮ ਪਿੰਡਾਂ ਦੇ ਮੁੰਡੇ ਵੀ ਕਿਉਂ ਨਹੀਂ ਇਲੈਕਸ਼ਨਾਂ ਲੜ ਸਕਦੇ? ਆਪਦੇ ਹੱਕਾਂ ਦੀ ਗੱਲ ਕਿਉਂ ਨਹੀਂ ਕਰ ਸਕਦੇ? ਉਹਨਾਂ ਨੂੰ ਇਸ ਸਿਆਸਤ 'ਚ ਵੀ ਅੱਗੇ ਆਉਣਾ ਚਾਹੀਦਾ, ਤਾਂ ਸਾਡਾ ਹੱਲ ਹੋਊਗਾ। ਜਦੋਂ ਤੱਕ ਆਪਾਂ ਰਵਾਇਤੀਆਂ ਤੇ ਹੀ ਸਾਰਾ ਕੁਝ ਥੋਪਦੇ ਰਵਾਂਗੇ ਉਦੋਂ ਤੱਕ ਕੁਝ ਨਹੀਂ ਹੋਣਾ। ਤੇ ਬਾਜਵਾ ਸਾਹਿਬ ਇੱਕ ਜਿਹੜੇ BJP ਦੇ ਲੀਡਰ ਨੇ ਆਣ ਕੇ ਰੈਲੀਆਂ ਕਰ ਰਹੇ ਨੇ ਤੇ ਉਹਨਾਂ ਤੇ ਆਪਾਂ ਕਿਸਾਨ ਭਾਈਚਾਰਾ ਵਿਰੋਧ ਕਰ ਰਹੇ ਆ, ਤਾਂ ਲੱਗਦਾ ਨਹੀਂ ਕਿ ਰਾਸ਼ਟਰਪਤੀ ਰਾਜ ਲਾਗੂ ਕਰਨ ਵਾਸਤੇ ਮੋਦੀ ਜੀ ਵੱਲੋਂ ਚਾਲ ਹੈ? ਦੇਖੋ, ਸਾਡੀ ਇਹ ਹੋਂਦ ਦੀ ਲੜਾਈ ਹੈ, ਅਸੀਂ ਇਕਜੁੱਟ ਹੋ ਕੇ ਲੜ ਰਹੇ ਹਾਂ। ਉਹਨਾਂ ਨੇ ਬਿੱਲ ਲਾਗੂ ਕੀਤਾ, ਤੁਸੀਂ ਸਮਝੋ ਉਹ ਦੁਸ਼ਮਣ ਨੇ, ਉਹਨਾਂ ਨੇ ਆਪਣਾ ਪੱਖ ਵੀ ਨਿਭਾਉਣਾ ਹੈ। ਅਸੀਂ ਇੱਕ ਤੁਸੀਂ ਸਾਡੇ ਤੇ ਅਟੈਕ ਹੋਇਆ, ਅਸੀਂ ਆਪ ਦਾ ਪੱਖ ਨਿਭਾ ਰਹੇ ਹਾਂ। ਉਹਨਾਂ ਨੇ ਇਹ ਕਰਨਾ ਵੀ ਕਿਵੇਂ ਨਾ ਕਿਵੇਂ ਇਹ ਧਰਨੇ ਚੁਕਾਈਏ, ਕਿਵੇਂ ਨਾ ਕਿਵੇਂ ਇੱਥੇ ਵਾਇਲੈਂਸ ਕ੍ਰੀਏਟ ਕਰੀਏ, ਕਿਤੇ ਇੱਥੇ ਇਕੱਠਾਂ 'ਚ ਲੜਾਈ ਹੋਵੇ। ਪਰ ਇੱਥੇ ਸਾਰੇ ਵੀਰਾਂ ਨੂੰ ਇਹ ਸ਼ਲਾਘਾ ਜਾਂਦੀ ਹੈ, ਸਾਰੇ ਪੰਜਾਬ 'ਚ ਵੀ ਸ਼ਾਂਤੀ ਪੂਰਵਕ ਤਰੀਕੇ ਨਾਲ ਹਲੇ ਤੱਕ ਇਹ ਲਹਿਰ ਚੱਲ ਰਹੀ ਆ। ਉਹ ਹੁਣ ਕੋਸ਼ਿਸ਼ਾਂ ਕਰਨ ਲੱਗੇ। ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਜਿਹੜਾ ਬਾਈ ਉਹਨਾਂ ਨੇ ਸਵਾਲ ਕੀਤਾ ਵੀ ਰੇਪ ਉਸ ਬੱਚੀ ਨਾਲ ਹੋਇਆ, ਇਹ ਚੀਜ਼ਾਂ ਵੀ ਇਸ ਲਹਿਰ ਨਾਲ ਜੁੜੀਆਂ ਨੇ ਵੀ ਲੋਕਾਂ ਦਾ ਧਿਆਨ ਆ ਜਿਹੜਾ ਭਟਕੇ ਇਹੋ ਜਿਹੀਆਂ ਘਰਾਉਣੀਆਂ ਹਰਕਤਾਂ ਕਰਦੇ ਨੇ। ਪਹਿਲਾਂ ਉਹ ਸਾਡੇ ਪਿਓ ਦੀ ਪੱਗ ਨੂੰ ਹੱਥ ਪਾਉਣਗੇ, ਉੱਥੇ ਕੋਈ ਅਮਲੀ ਸ਼ਰਾਬੀ ਬਾੜ ਦੇਣਗੇ ਇਹ ਗੱਲ ਕਹਿ ਕੇ ਵੀ ਇਹ ਮਦਬੁੱਧੀ ਬੰਦਾ ਹੈ। ਪਤਾ ਉਹਨੂੰ ਸਾਰਾ ਕੁਝ ਹੀ ਹੁੰਦਾ। ਜਿਹੜੇ ਵਿਕ ਜਾਂਦੇ ਨੇ ਉਹ ਵੀ ਸਾਡੀ ਲੋਕ ਨੇ। ਇੱਥੇ ਤੁਸੀਂ ਇੱਕ ਗੱਲ ਨੋਟ ਕਰ ਲਿਓ, ਇੱਕ ਜੱਟ ਦਾ ਟਰੈਕਟਰ ਵਿਕ ਜੂਗਾ ਨਾ 11,000 ਰੁਪਏ ਪਿੱਛੇ, ਘੱਟ ਮੁੱਲ 'ਚ ਲੈਣ ਵਾਲਾ ਵੀ ਜੱਟ ਹੀ ਹੋਊਗਾ। ਇਦੋਂ ਵੱਡੀ ਸ਼ਰਮ ਦੀ ਗੱਲ ਨਹੀਂ ਕੋਈ ਹੁੰਦੀ। ਇਹ ਗੱਲ ਮਾੜੀ ਹੈ। ਜਦੋਂ ਤੱਕ ਸਾਡਾ ਇਹ ਤਾਲਮੇਲ ਨਹੀਂ ਬਣਦਾ, ਮੈਨੂੰ ਲੱਗਦਾ ਉਦੋਂ ਤੱਕ ਆਪਾਂ ਚੰਗੀਆਂ ਗੱਲਾਂ ਕਰਦੇ ਚੰਗੇ ਵੀ ਨਹੀਂ ਲੱਗਦੇ। ਕਿਤੇ ਨਾ ਕਿਤੇ ਸਾਡੀ ਮਾਨਸਿਕਤਾ ਉੱਥੇ ਖੜੀ ਹੈ। ਸਾਡੇ ਚੋਂ ਮੈਂ ਹੋਮੇ ਚੌਧਰ ਅੱਜ ਵੀ ਨਹੀਂ ਗਈ। ਬਾਈ ਉਹਨੇ ਬਹੁਤ ਚਿਰਾਂ ਤੋਂ ਇਹ ਗੱਲਾਂ ਸਟੇਜਾਂ ਤੋਂ ਕਰਦੇ ਨੇ। ਤੁਸੀਂ ਯਕੀਨ ਜਾਣਿਓ, ਮੈਨੂੰ ਹਲੇ ਇਸ ਮੂਵਮੈਂਟ ਨੂੰ ਜੁੜੇ ਨੂੰ 1 ਮਹੀਨਾ ਹੀ ਹੋਇਆ ਤੇ ਮੈਂ ਆਪਦੇ ਆਪ 'ਚੋਂ ਬਦਲਾਅ ਦੇਖਿਆ। ਬਾਈ ਉਹਨਾਂ ਨੇ ਵੀ ਮੈਨੂੰ ਕਿਹਾ, ਮੈਂ ਬਾਈ ਨੂੰ ਇਹ ਗੱਲ ਕਹੀ ਸੀ ਵੀ ਬਾਈ ਮੈਨੂੰ ਨਹੀਂ ਕਦੇ ਲੱਗਦਾ ਸੀ ਵੀ ਮੈਂ ਇਸ ਰੂਪ 'ਚ ਆਊਂਗਾ। ਚਲੋ ਮਹਾਰਾਜ ਲੈ ਕੇ ਆਇਆ, ਬੰਦੇ ਤੋਂ ਸਾਰਾ ਕੁਝ ਮਹਾਰਾਜ ਕਰਾਉਂਦਾ, ਪਰ ਮੈਂ ਇੰਨੀ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਤੁਹਾਨੂੰ ਇੱਕ ਪ੍ਰਾਊਡ ਫੀਲ ਹੁੰਦਾ ਹੈ। ਮੀਡੀਆ ਬਹੁਤ ਵੀਰਾਂ ਨੇ ਦੇਖਣਾ ਹੈ ਜਦੋਂ ਤੁਸੀਂ ਆਪਣੇ ਮੁਲਕ ਲਈ, ਆਪਣੇ ਘਰ ਲਈ, ਆਪਣੇ ਪਰਿਵਾਰ ਲਈ, ਆਪਣੇ ਲੋਕਾਂ ਲਈ ਕੁਝ ਕਰਦੇ ਹੋ ਤਾਂ ਕੱਲ੍ਹ ਨੂੰ ਇਤਿਹਾਸ ਦੁਹਰਾਇਆ ਜਾਂਦਾ। ਅੱਜ ਅਸੀਂ ਜਿਹੜੇ ਯੋਧਿਆਂ ਦੀਆਂ ਗੱਲਾਂ ਕਰਦੇ ਨੇ, ਜਿਨ੍ਹਾਂ ਦੀਆਂ ਇਹ ਫੋਟੋਆਂ ਅਸੀਂ ਲਾਈਆਂ ਨੇ, ਤਾਂ ਇਹ ਸਾਡੀਆਂ ਦਿਲਾਂ 'ਚ ਵੱਸਦੀਆਂ ਤਸਵੀਰਾਂ, ਕਿਉਂਕਿ ਇਹਨਾਂ ਨੇ ਸਾਡੇ ਲਈ ਹਾਂ ਦਾ ਨਾਰਾ ਮਾਰਿਆ ਸੀ। ਸੋ ਅੱਜ ਸਾਰੇ ਪੰਜਾਬ ਨੂੰ ਲੋੜ ਹੈ ਜੀ। ਤੇ ਕਿਸਾਨ ਜਥਿਆਂ ਦੇ ਬੰਦਿਆਂ ਦੇ ਵਿੱਚ ਜਿਹੜੀ ਮੀਟਿੰਗ ਹੋਈ ਉਹਦੇ ਵਿੱਚ ਪੈਟਰੋਲ ਪੰਪ ਮਾਲਕ ਆਏ ਸੀ ਰਿਲਾਇੰਸ ਵਾਲੇ, ਉਹ ਕਹਿੰਦੇ ਕਿ ਸਾਡਾ ਇੱਕ ਕਸੂਰ ਹੈ, ਤੇ ਡੀਲਰ ਹੈ ਕਿ ਡੀਲਰ ਜਿਹੜੇ ਰਿਲਾਇੰਸ ਪੰਪਾਂ ਵਾਲੇ ਜਿਹੜੇ ਅਦਾਨੀ ਵਾਨੀਆਂ ਤੋਂ ਖਰੀਦਦੇ ਦੇਖੋ, ਜਦੋਂ ਸੰਘਰਸ਼ ਹੁੰਦਾ ਮੈਨੂੰ ਲੱਗਦਾ ਵੀ ਅਸੀਂ ਪਹਿਲਾਂ ਜਿਵੇਂ ਕਹਿ ਕੇ ਹਟੇ ਆ, ਕੋਈ ਲਹਿਰ ਵੱਡੀ ਅੱਜ ਬੱਚਾ ਪੰਜਾਬ ਦਾ ਜਾਗਿਆ ਜੇ ਖੜੀ ਹੁੰਦੀ ਹੈ ਤਾਂ ਫਿਰ ਮਾੜਾ ਮੋਟਾ ਪੰਜਾਬ ਦੇ ਉਹਨਾਂ ਵਰਗਾਂ ਨੂੰ ਵੀ ਸੋਚਣਾ ਚਾਹੀਦਾ ਵੀ ਜੇ ਤੁਹਾਡੇ ਪੰਜਾਬ 'ਚ ਪੰਪ ਨੇ ਤਾਂ ਚੱਲਦੇ ਉਹ ਵੀ ਕਿਤੇ ਨਾ ਕਿਤੇ ਸਾਡੇ ਸਿਰਾਂ ਤੇ ਨੇ। ਹਾਂ ਠੀਕ ਹੈ, ਉੱਥੇ ਉਸ ਮੀਟਿੰਗ 'ਚ ਮੈਂ ਵੀ ਸੀਗਾ। ਉੱਥੇ ਅਸੀਂ ਇਹ ਕਿਹਾ ਸੀ ਵੀ ਜਿਹੜੇ ਡਾਇਰੈਕਟ ਰਿਲਾਇੰਸ ਦੇ ਪੰਪ ਨੇ ਅਸੀਂ ਉਹਨਾਂ ਨੂੰ ਰੋਕਾਂਗੇ ਤੇ ਜਿਨ੍ਹਾਂ ਕੋਲ ਡੀਲਰਸ਼ਿਪ ਹੈ ਅਸੀਂ ਉਹਨਾਂ ਨੂੰ ਰਿਆਇਤ ਦੇ ਦਾਂਗੇ। ਪਰ ਉਹਨਾਂ ਵੀਰਾਂ ਨੇ ਥੋੜਾ ਜਿਹਾ ਸਾਡੇ ਨਾਲ ਗੱਲਬਾਤ ਕਰਨ ਤੋਂ ਬਜਾਏ ਉਹਨਾਂ ਨੇ ਉੱਥੇ ਨਾਅਰੇ ਲਾਉਣੇ ਸ਼ੁਰੂ ਕਰਤੇ। ਤਾਂ ਕਰਕੇ ਅਸੀਂ ਉਹ ਜਦ ਤੱਕ ਸਾਡੀ ਅਗਲੀ ਮੀਟਿੰਗ ਨਹੀਂ ਹੁੰਦੀ ਉਹ ਮਤਾ ਪਾਸ ਕਰਤਾ ਵੀ ਅਸੀਂ ਹੁਣ ਇਹਨਾਂ ਨੂੰ ਵੀ ਰੋਕਾਂਗੇ। ਪਰ ਅਸੀਂ ਸਾਡੇ ਸੂਬੇ ਦੇ ਲੋਕ ਨੇ, ਸਾਡੇ ਭਰਾ ਨੇ, ਅਸੀਂ ਉਹਨਾਂ ਦਾ ਨੁਕਸਾਨ ਨਹੀਂ ਚਾਹੁੰਦੇ। ਅਗਲੀ ਜਿਹੜੀ ਮੀਟਿੰਗ ਹੋਊਗੀ ਉਹਦੇ ਵਿੱਚ ਉਹ ਜਿਹੜੇ ਡੀਲਰਸ਼ਿਪ ਵਾਲੇ ਪੰਪ ਨੇ ਅਸੀਂ ਉਹਨਾਂ ਨੂੰ ਫ੍ਰੀ ਕਰ ਦਾਂਗੇ। ਜਿਹੜੇ ਤੁਸੀਂ ਅੱਗੇ ਹੋ ਕੇ ਫਿਰ ਰਹੇ ਆ, ਜਿਵੇਂ ਤੁਸੀਂ ਹੋ ਗਏ, ਲੱਖਾ ਸਿਧਾਣਾ ਹੋ ਗਿਆ, ਜਗਦੀਪ ਰੰਧਾਵਾ ਹੋ ਗਿਆ, ਬਾਈ ਜੀ ਨੇ ਸਾਰੇ ਕਲਾਕਾਰ ਹੋ ਗਏ। ਤੁਸੀਂ ਮੈਂ ਕਹਿੰਦਾ ਅੱਜ ਕਿਸੇ ਦਾ ਨਾਂ ਨਾ ਲਈਏ, ਅੱਜ ਸਾਰਾ ਪੰਜਾਬ ਹੀ ਲੱਗਦਾ ਨਹੀਂ ਕੇਂਦਰ ਸਰਕਾਰ ਗਹਿਰੀ ਅੱਖ ਨਾਲ ਦੇਖ ਰਿਹਾ ਤੁਹਾਨੂੰ, ਤੁਹਾਡੇ ਤੇ ਕੱਲ ਨੂੰ ਕੋਈ ਨਾ ਕੋਈ ਇਦਾਂ ਦੇ ਇਲਜ਼ਾਮ, ਕੋਈ ਪਰਚਾ ਦਰਜ ਕਰ ਸਕਦੇ ਆ ਜਿਹਦੇ ਨਾਲ ਸੰਘਰਸ਼ ਠੰਡਾ ਪੈ ਸਕੇ। ਫਿਰ ਵੀਰੇ ਪੰਜਾਬ ਸਾਡਾ, ਅਸੀਂ ਪੰਜਾਬ ਦੇ, ਜੇ ਅੱਜ ਸਾਡੇ ਚੋਂ ਕਿਸੇ ਨੂੰ ਵੀ ਆਂਚ ਆਊਗੀ ਤਾਂ ਸਾਨੂੰ ਇੰਨਾ ਕਮਾਣ ਹੈ ਕਿ ਸਾਰਾ ਪੰਜਾਬ ਸਰਕਾਰਾਂ ਦੇ ਵਿਰੁੱਧ ਖੜੂਗਾ। ਸਰਕਾਰਾਂ ਦੇ ਅੱਜ ਮੈਂ ਕਹਿੰਦਾ ਵੀ ਕਿਸੇ ਵੀ ਵੀਰ ਤੇ ਕੋਈ ਪਰਚਾ ਪੈਂਦਾ ਝੂਠਾ, ਪਹਿਲੀ ਗੱਲ ਅੱਜ ਦੇ ਦਰਮਿਆਨ ਜਿਹੜਾ ਪਰਚਾ ਪਊਗਾ ਉਹ ਝੂਠਾ ਹੋਊਗਾ, ਪ੍ਰੋਪੋਗੰਡੇ ਦੇ ਅਧੀਨ ਹੋਊਗਾ। ਜਦੋਂ ਉਹਨੂੰ ਚੱਕ ਕੇ ਲੈ ਕੇ ਜਾਣਗੇ ਤਾਂ ਸਾਰਾ ਪੰਜਾਬ ਸਰਕਾਰਾਂ ਦਾ ਜਿਉਣਾ ਹਰਾਮ ਕਰ ਦੂਗਾ। ਇੰਨਾ ਕੁ ਅਸੀਂ ਪਿਆਰ ਜਾਂ ਇੰਨਾ ਕੁ ਪ੍ਰਾਊਡ ਪੰਜਾਬ ਚੋਂ ਖੱਟਿਆ ਕਿ ਅੱਜ ਜੇ ਕਿਸੇ ਨਾਲ, ਹਰਿਆਣਾ ਤਾਂ ਸਾਡਾ ਇੱਕ ਦੂਜਾ ਸੂਬਾ ਮਹਿਤਾਬ ਸਾਡਾ ਭਰਾ ਖੜਾ ਹੈ, ਚਾਚੇ ਤਾਇਆਂ ਦੇ ਪੁੱਤ ਹੈ, ਉੱਥੇ ਕਿਸਾਨਾਂ ਦੇ ਡੰਡੇ ਵੱਜੇ, ਧਰਨਾ ਅਸੀਂ ਇੱਥੇ ਲਾਇਆ। ਅੱਜ ਇਕੱਲਾ ਪੰਜਾਬ ਨਹੀਂ, ਅੱਜ ਜੇ ਇਸ ਮੂਵਮੈਂਟ ਨੂੰ ਜਿੰਨੇ ਵੀ ਵੀਰ ਚਲਾ ਰਹੇ ਨੇ, ਗੱਲ ਲੱਖੇ ਸਿਧਾਣੇ ਦੀ ਜਾਂ ਮੇਰੀ ਜਾਂ ਕੰਵਰ ਬਾਈ ਦੀ ਨਹੀਂ, ਤੁਹਾਡੇ ਬੈਠਿਆਂ ਚੋਂ ਵੀ ਜੇ ਕਿਸੇ ਦੇ ਪ੍ਰਤੀ ਕੋਈ ਵੀ ਪਰਚਾ ਜਾਂ ਕੋਈ ਵੀ ਇਦਾਂ ਦੀ ਗੱਲ ਹੁੰਦੀ ਆ, ਉੱਥੇ ਆ ਕੇ ਸਾਰਾ ਪੰਜਾਬ ਖੜੂਗਾ। ਪਰ ਬਾਈ ਜੀ ਇੱਕ ਬਹੁਤ ਵੱਡੀ ਗੱਲ ਦੇਖਣ ਨੂੰ ਇਹ ਮਿਲਦੀ ਹੈ, ਇੱਕ ਪੱਤਰਕਾਰ ਤੇ ਪਰਚਾ ਹੋਇਆ ਰਾਜਾ ਵੜਿੰਗ ਵੱਲੋਂ ਜੀ, ਉੱਥੇ ਕਿਸੇ ਨੇ, ਕਿਸਾਨ ਨੇ, ਕਿਸੇ ਜਥੇਬੰਦੀ ਨੇ ਆਵਾਜ਼ ਉਠਾਈ, ਉੱਥੇ ਕੀ ਕਮੀ ਰਹਿ ਗਈ? ਬਾਈ ਜੀ ਉਹ ਧਰਨਿਆਂ ਦੇ ਅਧੀਨ, ਮੈਨੂੰ ਉਸ ਗੱਲ ਦੀ ਨੌਲੇਜ ਨਹੀਂ ਵੀ ਉਹ ਜਾਂ ਤਾਂ ਮੀਡੀਆ ਨੇ ਹਾਈਲਾਈਟ ਨਹੀਂ ਕੀਤਾ ਜਿਵੇਂ ਇਹ ਧਰਨੇ ਹਾਈਲਾਈਟ ਹੋਏ ਨੇ। ਜੇ ਉਸ ਵੀਰ ਨਾਲ ਅੱਜ ਦੇ ਦਿਨ 'ਚ ਜਾਂ ਕੱਲ੍ਹ ਦੇ ਦਿਨ 'ਚ ਕੋਈ ਗੱਲ ਵਾਪਰੀ ਹੈ ਤਾਂ ਅਸੀਂ ਅੱਜ ਜੇ ਸੱਚ ਦਾ ਹੋਕਾ ਲੈ ਕੇ ਨਿਕਲੇ ਆ ਤਾਂ ਸਾਨੂੰ ਇਹ 'ਚ ਕੋਈ ਉਹ ਨਹੀਂ ਹੈਗਾ। ਅਸੀਂ ਬਿਲਕੁਲ ਉਹਦੇ ਨਾਲ, ਸਾਡੇ ਉਹਦੇ ਮੋਢੇ ਨਾਲ ਮੋਢਾ ਲਾ ਕੇ ਖੜਨ ਨੂੰ ਤਿਆਰ ਹਾਂ, ਕਿਉਂਕਿ ਪੱਤਰਕਾਰ ਵੀਰ ਵੀ ਸਾਡੇ ਭਾਈ ਨੇ। ਦੇਸ਼ਾਂ ਵਿਦੇਸ਼ਾਂ 'ਚ ਜਿੰਨੇ ਪੰਜਾਬੀ ਬੈਠਦੇ ਨੇ, ਤੁਹਾਡੇ ਰਾਹੀਂ ਸਾਡੀਆਂ ਗੱਲਾਂ ਉਹਨਾਂ ਤੱਕ ਪਹੁੰਚਦੀਆਂ ਨੇ। ਬਾਈ ਜੀ ਇੱਕ ਚੀਜ਼ ਦੱਸੋ, ਜਿਸ ਤਰ੍ਹਾਂ ਅੱਜ ਪੂਰੇ ਸਿੰਗਲ ਕਮਿਊਨਿਟੀ ਹੈ ਜੋ ਤੁਹਾਡੀ, ਸਾਰੇ ਕਿਸਾਨਾਂ ਦੇ ਨਾਲ ਖੜੇ ਨੇ,
ਕਿਤੇ ਨਾ ਕਿਤੇ ਜੇਕਰ ਪੰਜਾਬ ਦੇ ਵਿੱਚ ਨਸ਼ਿਆਂ ਦਾ ਦੌਰ ਚੱਲਿਆ, ਹਥਿਆਰ ਪ੍ਰਮੋਟ ਹੋਣ ਦੀ ਗੱਲ ਚੱਲੀ ਆ, ਉਸ ਦੇ ਵਿੱਚ ਬਣਦੀ ਜ਼ਿੰਮੇਵਾਰੀ ਵੀ ਕਲਾਕਾਰਾਂ ਦੁਆਰਾ ਨਿਭਾਈ ਗਈ ਹੈ। ਤੁਸੀਂ ਬੇਸ਼ੱਕ ਵਧੀਆ ਗਾਇਕੀ ਗਾਉਂਦੇ ਹੋ, ਲੇਕਿਨ ਜਿਹੜੇ ਇਸ ਤਰ੍ਹਾਂ ਦੇ ਗਾਉਂਦੇ ਨੇ ਔਰ ਹਜੇ ਤੱਕ ਵੀ ਖੁੱਲ੍ਹ ਕੇ ਸਾਹਮਣੇ ਨਹੀਂ ਆਏ, ਉਹਨਾਂ ਬਾਰੇ ਕੀ ਕਹੋਗੇ? ਫਿਰ ਮੈਂ ਇੱਥੇ ਇੱਕ ਹੀ ਗੱਲ ਕਹਿਣਾ ਚਾਹੁੰਦਾ, ਸ਼ਰਾਬ ਦੇ ਠੇਕੇ ਸਰਕਾਰ ਨੇ ਖੋਲ੍ਹੇ ਆ, ਤੁਸੀਂ ਪੀਣ ਵਾਲੇ ਲੋਕਾਂ ਦਾ ਕਸੂਰ ਨਾ ਕੱਢੋ। ਤੁਸੀਂ ਜਿਹੜੇ ਇਹ ਗੀਤ ਅਸੀਂ ਚਲੇ ਮੇਰੇ ਤੇ ਲਾ ਲਓ, ਜਿਹੜੇ ਗੀਤ ਮੈਂ ਮਾੜੇ ਗਾਉਣਾ ਹੈ, ਜਦੋਂ ਮੈਨੂੰ ਲੋਕ ਅੱਗੇੋਂ ਸਰੋਤੇ ਸੁਣਨ ਵਾਲੇ ਨਹੀਂ ਮਿਲਣਗੇ ਤਾਂ ਮੈਂ ਗਾਉਣੋਂ ਵੀ ਹਟ ਜਾਊਂਗਾ। ਅੱਜ ਮੇਰੇ ਗੀਤਾਂ ਨੂੰ ਚੰਗੇ ਲੋਕ ਐਪਰੀਸ਼ੀਏਟ ਕਰਨ ਵਾਲੇ ਮਿਲਣਗੇ ਤਾਂ ਕੱਲ ਨੂੰ ਮੈਂ ਹੋਰ ਚੰਗੇ ਗੀਤ ਕਰੂੰਗਾ। ਚਲੋ ਹਰ ਇੱਕ ਬੰਦਾ ਆਪਦੀ ਮਰਿਆਦਾ 'ਚ ਰਹਿ ਕੇ ਗਾਉਂਦਾ। ਮੈਨੂੰ ਲੱਗਦਾ ਉਹੀ ਗੱਲ ਮੈਂ ਪਹਿਲਾਂ ਕਹੀ ਆ ਵੀ ਨੈਗੇਟਿਵਿਟੀ ਆ ਜਿਹੜੀ ਇਹ ਅੱਜ ਦੇ ਸਿੰਗਰਾਂ ਤੇ ਤੁਸੀਂ ਨਾ ਇਹਨੂੰ ਕਹੋ ਗੱਲ। ਜੇ ਮੈਂ ਇੱਥੇ ਕੁਝ ਗਾਣੇ ਅੱਜ ਤੋਂ 25 ਸਾਲ ਪਹਿਲਾਂ ਇਦਾਂ ਦੇ, ਤੁਹਾਡੀ ਉਮਰ ਵੀ ਤੁਸੀਂ ਵੀ ਛੋਟੇ ਛੋਟੇ ਹੋਵੋਗੇ ਜਦੋਂ ਉਹ ਗਾਣੇ ਮੈਂ ਇੱਥੇ ਗਾ ਦੇਵਾਂ, ਤੁਸੀਂ ਵੀ ਸੁਣੇ ਹੋਣਗੇ, ਤਾਂ ਕਿਤੇ ਨਾ ਕਿਤੇ ਸਵਾਲ ਹੀ ਆ ਚਿੰਨ੍ਹ ਜਿਹੜਾ ਇਹ ਪਹਿਲਾਂ ਤੋਂ ਹੀ ਚੱਲਦਾ ਆਉਂਦਾ। ਇਹ ਇੱਕ ਮਤਲਬ ਇੱਕ ਹੋਰੇ ਤਰ੍ਹਾਂ ਦਾ। ਇਹਦੇ ਤੇ ਤਾਂ ਜਿੰਨਾ ਤੁਸੀਂ ਮੇਰੇ ਨਾਲ ਬਹਿਸ 2 ਘੰਟੇ ਕਰੀ ਚੱਲੋ, ਮੈਂ ਆਪਦਾ ਪੱਖ ਰੱਖੀ ਚੱਲੂੰਗਾ, ਤੁਸੀਂ ਆਪਦਾ। ਪਰ ਮੈਨੂੰ ਲੱਗਦਾ ਵੀ ਠੀਕ ਹੈ, ਹਰ ਇੱਕ ਬੰਦੇ ਨੂੰ ਇੱਥੇ ਮੈਂ ਇੱਕ ਗਾਇਕ ਹੋਣ ਦੇ ਨਾਤੇ ਆਪਦੀ ਜ਼ਿੰਮੇਵਾਰੀ ਸਮਝਦਾ ਵੀ ਸਮਾਜ ਪ੍ਰਤੀ ਮੇਰੇ ਬਹੁਤ ਫਰਜ਼ ਨੇ, ਉਹਨਾਂ ਤੇ ਕਿਤੇ ਨਾ ਕਿਤੇ ਜੇ ਮੈਂ ਖਰਾ ਉਤਰਦਾ ਰਹਾ ਫਿਰ ਦੁਨੀਆ ਮੇਰੇ ਕਹੇ ਤੋਂ ਮੈਂ ਹੁੱਕਾ ਆਵਾਜ਼ ਕਹਿ ਸਕਦਾ ਵੀ ਸੁਧਰ ਜਾਓ, ਪਰ ਅੱਗੇ ਸੁਧਰਨਾ ਨਹੀਂ ਸੁਧਰਨਾ ਉਹ ਦੁਨੀਆ ਤੇ ਡਿਪੈਂਡ ਕਰਦਾ। ਬਾਜਵਾ ਸਾਹਿਬ ਤੁਸੀਂ ਪਹਿਲਾਂ ਗੀਤ ਗਾਏ ਆ ਜਿਹੜੇ, ਚਲੋ ਮੰਨ ਲਿਆ ਕਿ ਪਹਿਲਾਂ ਜਿੰਨੇ ਕਿਸਾਨੀ ਦੀ ਗੱਲ ਮੈਂ ਕਹਿੰਦਾ ਕਰੀਏ। ਹਾਂ, ਇੱਕ ਹੀ ਗੱਲ ਕਰਦਾ, ਅੱਜ ਦੇ 2 ਸਿੰਗਰ ਨਾਮੀ ਸਿੰਗਰ ਨੇ, ਤੁਸੀਂ ਵੀ ਦੇਖਿਓ ਨਾ ਐਡਾਂ ਦੀ, ਅੱਜ ਵੀ ਸ਼ਰਾਬ ਦੀਆਂ ਬੋਤਲਾਂ ਅਕਸਰ ਪੜ ਕੇ ਸ਼ਰਾਬ ਦੀ ਐਡ ਕਰਦੇ। ਬਾਈ ਜੀ ਉਹ ਉਹਨਾਂ ਤੋਂ ਪੁੱਛੋ, ਉਹਦੇ ਬਾਰੇ ਮੈਂ ਬਾਈ ਜੀ ਇੱਕ ਗੱਲ ਮੈਂ ਵੀ ਇਹਦੇ ਬਾਰੇ ਕਹਿਣੀ ਚਾਹੁੰਦਾ ਹੈਗਾ। ਇਹ ਸਾਨੂੰ ਬੜਾ ਦੁੱਖ ਲੱਗਦਾ ਯਾਰ ਜਦੋਂ ਇਹ ਗੱਲ ਹੁੰਦੀ ਹੈ ਕਿ ਅੱਜ ਦੇ ਸਿੰਗਰ ਐਂ ਕਰਦੇ, ਅੱਜ ਦੇ ਸਿੰਗਰ। ਤੁਸੀਂ ਸਾਰੇ ਸਾਡੇ ਤੋਂ ਵੱਡੇ ਹੋ, ਸਿਆਣੇ ਹੋ, ਜਿੱਦਾਂ ਜਸ ਬਾਈ ਨੇ ਕਹੀ ਕਿ 25-30 ਸਾਲ ਪਹਿਲਾਂ ਜਦੋਂ ਤੁਸੀਂ ਵੀ ਸ਼ਾਇਦ ਛੋਟੇ ਹੋਵੋਗੇ। ਇੱਕ ਗੱਲ ਮੈਂ ਤੁਹਾਨੂੰ ਸਾਰਿਆਂ ਨੂੰ ਪੁੱਛਣੀ ਚਾਹੁੰਦਾ, ਜਿਹੜੇ ਪੁਰਾਣੇ ਗਾਣੇ ਸੁਣਦੇ ਸੀ, ਜਿੰਨਾ ਰਿਸ਼ਤਿਆਂ ਦਾ ਕਹਾਣ 25-30 ਸਾਲ ਪਹਿਲਾਂ ਹੋਇਆ ਸੀ, ਜੇ ਦਿਓਰ ਭਰਜਾਈ, ਜੀਜਾ ਸਾਲੀ, ਅਸੀਂ ਸਾਰੇ ਪਰਿਵਾਰਕ ਬੰਦੇ ਆ, ਸਾਡੇ ਵੀ ਉਹ ਰਿਸ਼ਤੇ ਹੈਗੇ ਨੇ। ਕੀ ਉਹ ਰਿਸ਼ਤੇ ਉਵੇਂ ਨੇ ਜਿਵੇਂ ਸਾਨੂੰ 25-30 ਸਾਲ ਦਿਖਾਏ ਗਏ ਸੀ? ਜੇ ਤੁਸੀਂ ਅੱਜ ਦੇ ਸਿੰਗਰਾਂ ਦੀ ਗੱਲ ਕਰਦੇ ਹੋ, ਤੁਸੀਂ ਮੈਨੂੰ ਇਹ ਦੱਸੋ ਅੱਜ ਜਾਂ ਅੱਜ ਤੋਂ 10 ਸਾਲ ਪਹਿਲਾਂ ਜਾਂ 15 ਸਾਲ ਪਹਿਲਾਂ ਤੇ ਕਦੇ ਗੀਤ ਲਾ ਲਓ, ਕਿਹੜੇ ਗੀਤ ਦੇ ਵਿੱਚ ਦਿਓਰ ਭਰਜਾਈ ਦਾ ਗੰਦਾ ਰਿਸ਼ਤੇ ਦਾ ਗੰਦ ਪਾਇਆ, ਕਿਹੜੇ 'ਚ ਜੀਜਾ ਸਾਲੀ ਦਾ ਕੀਤਾ? ਤੇ ਇਹ ਤੁਸੀਂ ਮੈਨੂੰ ਦੱਸੋ 25-30 ਸਾਲ ਪਹਿਲਾਂ ਜਿਹੜੇ ਗਾਣੇ ਆਏ ਸੀ ਉਹਨਾਂ 'ਚ ਕਿਹੜਾ ਰਿਸ਼ਤਾ ਛੱਡਿਆ ਸੀ? ਉਹਨਾਂ ਨੇ ਛੱਡਿਆ ਸੀ। ਸੋ ਇਹ ਗੱਲ ਬਹੁਤ ਗਲਤ ਹੈ। ਸਮਾਜ ਨੂੰ ਗਲਤ ਪਾਸੇ ਲੈ ਕੇ ਜਾਣ ਵਾਸਤੇ ਵੀ ਸਿੰਗਰ ਮੂਹਰੇ ਜ਼ਰੂਰੀ ਨਹੀਂ, ਮੈਂ ਇੱਕ ਮਿੰਟ ਪਹਿਲਾਂ ਮੈਂ ਉਸ ਗੱਲ ਤੇ ਆ ਰਿਹਾ। ਗੱਲ ਇਹ ਸਮਾਜ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਹੈ। ਹਾਂ, ਉਹ ਵੀ ਜ਼ਿੰਮੇਵਾਰ ਹੈ। ਦੂਜੀ ਜਿਹੜੀ ਮੈਂ ਗੱਲ ਕਹਿ ਰਿਹਾ ਕਿ ਅੱਜ ਕੱਲ੍ਹ ਦੇ ਸਿੰਗਰ, ਮੈਨੂੰ ਲੱਗਦਾ ਤੁਸੀਂ ਮੀਡੀਆ ਹੋ, ਸਾਨੂੰ ਤੁਹਾਡਾ ਬਹੁਤ ਆਸਰਾ ਹੁੰਦਾ, ਤੁਸੀਂ ਇਹ ਜਿਹੜਾ ਕਦਮ ਹੈ, ਇਨੀਸ਼ੀਏਟਿਵ ਇਹ ਤੁਸੀਂ ਲਓ ਸਾਰੇ ਜਾਣੇ, ਕਿ ਜਿਹੜੀ ਆਹ ਇੱਕ ਡਾਇਲੋਗ ਹੈ ਨਾ ਕਿ ਅੱਜ ਕੱਲ੍ਹ ਦੇ ਸਿੰਗਰ ਐਂ ਕਰਦੇ ਆ। ਮੈਂ ਇਹ ਗੱਲ ਕਹਿਣਾ ਚਾਹੁੰਦਾ, ਜਿੰਨਾ ਰਿਸ਼ਤਿਆਂ ਦਾ ਸਤਿਕਾਰ ਅੱਜ ਕੱਲ੍ਹ ਦੇ ਗਾਣਿਆਂ 'ਚ ਹੈ, ਪੁਰਾਣੇ ਗਾਣਿਆਂ 'ਚ ਹੈ ਨਹੀਂ ਸੀ। ਬਾਈ ਜੀ ਤੁਸੀਂ ਸੁਣ ਲਓ ਸਾਰੇ ਗਾਣੇ ਦੇ ਵਿੱਚ। ਸੱਜਣ ਮੈਨੂੰ ਵੀ ਕਹਿੰਦੇ ਹੁੰਦੇ ਆ ਵੀ ਤੁਹਾਡੇ ਨਾਲ ਗਵਈਏ ਮੁੰਡੇ ਸਾਰੇ ਤੁਸੀਂ ਇਕੱਠੇ ਫਿਰਦੇ ਹੋ, ਵੀ ਤੁਸੀਂ ਸਾਫ਼ ਸੁਥਰੇ ਗਾਣੇ ਗਾਉਣੇ ਹੋ, ਬਾਕੀ ਮੁੰਡੇ ਨਹੀਂ ਗਾਉਂਦੇ, ਤੁਸੀਂ ਕੀ ਕਹੋਗੇ? ਅੱਜ ਦੇ ਟਾਈਮ 'ਚ ਜਿਹੜਾ ਸਮਝਦਾਰ ਬੰਦਾ ਨਾ ਵੱਡੇ ਬਾਈ, ਉਹ ਇਦਾਂ ਦੀ ਗੱਲ ਨਹੀਂ ਕਰਦਾ। ਬਿਲਕੁਲ ਅੱਜ ਦਾ ਟਾਈਮ ਪਤਾ ਕਿਹੋ ਜਿਹਾ ਟਾਈਮ ਹੈ ਯਾਰ। ਅੱਜ ਤਾਂ ਜੇ ਮੰਨ ਲਓ, ਹਾਲਾਂਕਿ ਇਹਨਾਂ 'ਚੋਂ ਕਿਸੇ ਦਾ ਕੋਈ, ਮੈਨੂੰ ਨਹੀਂ ਲੱਗਦਾ ਕੋਈ ਗੀਤ ਇਹਨਾਂ ਨੇ ਕੋਈ ਮਾੜਾ ਗਾਇਆ। ਇਸ਼ਕ ਮਜਾਜੀ ਦਾ ਇੱਕ ਲਿਮਿਟ ਹੁੰਦੀ ਹੈ ਮੇਰੇ ਖਿਆਲ 'ਚ, ਉਸ ਲਿਮਿਟ 'ਚ ਰਹਿ ਕੇ ਇਹਨਾਂ ਭਰਾਵਾਂ ਨੇ ਗਾਣੇ ਗਾਏ ਆ। ਹੈਗੇ ਆ ਬੜੇ ਗਵਈਏ ਜਿਨ੍ਹਾਂ ਨੇ ਗਾਏ ਉੱਦਾਂ ਦੇ ਗੀਤ, ਮੈਂ ਹਮੇਸ਼ਾ ਸਟੇਜਾਂ ਤੋਂ ਉਹਨਾਂ ਬਾਰੇ ਬੋਲਦਾ। ਪਰ ਅੱਜ ਮੈਨੂੰ ਲੱਗਦਾ ਜੇ ਉਹ ਬੰਦੇ ਵੀ ਆ ਕੇ ਖੜ ਜਾਣਗੇ ਤਾਂ ਮੈਂ ਉਹਨਾਂ ਦੇ ਗੀਤ ਪਾਸੇ ਰੱਖ ਦੂੰਗਾ, ਕਿਉਂਕਿ ਅੱਜ ਤਾਂ ਯਾਰ ਕਾਫਲਾ ਬਣਿਆ ਹੋਇਆ। ਅੱਜ ਤਾਂ ਸਾਨੂੰ ਤੁਹਾਡੀ ਲੋੜ ਹੈ ਕਿ ਤੁਸੀਂ ਸਾਰੇ ਸਾਨੂੰ ਸਵਾਲਾਂ 'ਚ ਇਹ ਕਹੋ ਕਿ ਯਾਰ ਅੱਜ ਤੁਸੀਂ 5 ਆਏ ਹੋ ਨਾ, ਅਗਲੀ ਵਾਰੀ ਘਰੇ ਵਾਲਾ ਸਵਾਦ ਤਾਂ ਹੈ ਯਾਰ ਜੋ ਤੁਸੀਂ 10 ਹੋਵੋ, ਕਿ ਲਾਮਬੰਦੀ ਕਿਵੇਂ 10 ਹੋਵੋ। ਤਾਂ ਮੈਨੂੰ ਲੱਗਦਾ ਕਿ ਅੱਜ ਟਾਈਮ ਸਾਡਾ ਵੱਡੇ ਬਾਈ ਇਹ ਹੈ ਕਿ ਆਪਾਂ ਕਾਫਲਾ ਵਧਾਈਏ। ਖੇਡ ਜਗਤ ਅਤੇ ਦੇਸ਼ ਦੁਨੀਆ ਦੀ ਹਰ ਵੱਡੀ ਤੋਂ ਵੱਡੀ ਖਬਰ ਲਈ ਹੁਣੇ ਕਰੋ ਸਾਡੇ ਚੈਨਲ ਪੰਜਾਬ ਆਪ ਨਿਊਜ਼ ਨੂੰ ਸਬਸਕ੍ਰਾਈਬ ਅਤੇ ਵੈਬਸਾਈਟ ਤੇ ਬ੍ਰੇਕਿੰਗ ਨਿਊਜ਼ ਦੇਖਣ ਲਈ ਜਾਓ www.punjabapnews.com ਤੇ।